ਸੋ ਇਹਨਾਂ ਨਸ਼ਿਆਂ ਤੋਂ ਬਾਅਦ ਜਿਹੜੀ ਪੰਜਾਬ 'ਚ ਇੱਕ ਹੋਰ ਨਸ਼ਾ ਵੱਧਦਾ ਆ ਉਹ ਹੈ, ਚਾਹੇ ਉਸ ਨੂੰ ਸਮੈਕ ਕਹਿ ਲਓ, ਚਾਹੇ ਉਸ ਨੂੰ ਬਰਾਊਨ ਸ਼ੂਗਰ ਕਹਿ ਲਓ, ਚਾਹੇ ਉਸ ਨੂੰ ਹੀਰੋਇਨ ਕਹਿ ਲਓ। ਇਹ ਨਸ਼ਾ ਇਵੇਂ ਦਾ ਹੈ ਕਿ ਇਹਦੇ ਵਿੱਚ ਜਿਹੜੇ ਕਿਉਰ ਦੇ ਚਾਂਸ ਨੇ ਕਿ ਅਸੀਂ ਜਦੋਂ ਡੀ ਐਡਿਕਸ਼ਨ ਸੈਂਟਰਾਂ 'ਚ ਵੇਖਦੇ ਹਾਂ ਕਿ ਸਾਡੇ ਕੋਲ 100 ਮਰੀਜ਼ ਜੇਕਰ ਆਇਆ। ਵੈਸੇ ਜਿਹੜੀ ਹੀਰੋਇਨ ਹੈ ਇਹ ਸਭ ਤੋਂ ਪਹਿਲਾਂ ਡਾਕਟਰ ਐਲਡਰ ਰਾਈਟ ਹੋਏ ਨੇ, ਉਹਨਾਂ ਨੇ 1874 ਦੇ ਵਿੱਚ ਤਿਆਰ ਕੀਤੀ ਸੀ। ਇਸ ਨੂੰ ਡਾਈਮੋਰਫਿਨ ਕਹਿੰਦੇ ਆ। ਫੀਮ ਦੇ ਵਿੱਚੋਂ ਮੋਰਫਿਨ ਕੱਢੀ ਜਾਂਦੀ ਹੈ ਤੇ ਮੋਰਫਿਨ ਦੇ ਵਿੱਚੋਂ ਅੱਗੇ ਫੀਮ ਦੇ ਵਿੱਚੋਂ ਕਿਸੇ ਤਰੀਕੇ ਦੇ ਨਾਲ ਉਹਦਾ ਕੈਮੀਕਲ ਜਿਹੜਾ ਡੈਰੀਵੇਟਿਵ ਹੈ ਉਹ ਕੱਢਿਆ ਜਾਂਦਾ ਡਾਈਮੋਰਫਿਨ, ਜਿਸ ਨੂੰ ਸਮੈਕ ਵੀ ਕਿਹਾ ਜਾਂਦਾ, ਹੀਰੋਇਨ ਵੀ ਕਿਹਾ ਜਾਂਦਾ। ਜਿਹੜਾ ਸਮੈਕ ਜਾਂ ਹੀਰੋਇਨ ਲੈਂਦਾ ਹੈ, ਪਹਿਲੀ ਗੱਲ ਤੇ ਉਹਦੀ ਜਿਹੜੀ ਉਮਰ ਹੈ ਇੱਕ ਦਿਨ ਦੇ ਵਿੱਚ ਤੁਸੀਂ ਹਿਸਾਬ ਲਓ ਕਿ ਟੋਟਲ ਉਮਰ ਦੇ ਵਿੱਚੋਂ 20 ਮਿੰਟ ਰੋਜ਼ ਘਟਦੀ ਜਾ ਰਹੀ ਇੱਕ ਦਿਨ ਦੇ ਵਿੱਚ। ਇੱਕ ਤਾਂ ਉਹਦੀ ਉਮਰ ਬਹੁਤ ਥੋੜੀ ਰਹਿ ਜਾਂਦੀ ਹੈ, ਜਿਹੜੀ ਉਹਦੀਆਂ ਅੱਖਾਂ ਦੀਆਂ ਜਿਹੜੀਆਂ ਪੁਤਲੀਆਂ ਨੇ ਉਹਨਾਂ ਦਾ ਆਕਾਰ ਜਿਹੜਾ ਛੋਟਾ ਹੋ ਜਾਂਦਾ, ਜਿਹਨੀ ਤੌਰ ਤੇ ਉਹ ਸੋਚਣ ਦੇ ਕਾਬਲ ਨਹੀਂ ਰਹਿੰਦਾ। ਉਸ ਤੋਂ ਅੱਗੇ ਕਿ ਉਹਦੇ ਸਰੀਰ ਦੇ ਵਿੱਚ ਨਹੁੰਾਂ ਦਾ ਤੇ ਬੁੱਲਾਂ ਦਾ ਰੰਗ ਜਿਹੜਾ ਉਹ ਨੀਲਾ ਪੈਣਾ ਸ਼ੁਰੂ ਹੋ ਜਾਂਦਾ ਹੌਲੀ ਹੌਲੀ। ਔਰ ਇਸ ਨਸ਼ੇ ਦਾ ਸਭ ਤੋਂ ਵੱਡਾ ਨੁਕਸਾਨ ਹੈ ਕਿ ਇਹਦੀ ਸਟੇਬਿਲਿਟੀ ਨਹੀਂ ਹੈ। ਅੱਜ ਤੁਸੀਂ ਅੱਜ ਲਈ ਜਾਂ ਉਸ ਤੋਂ ਬਾਅਦ ਵੱਧ ਡੋਜ਼ ਲੈਣੀ ਪਵੇਗੀ, ਵੱਧ ਡੋਜ਼ ਲੈਣੀ ਪਵੇਗੀ, ਵੱਧ ਡੋਜ਼ ਲੈਣੀ, ਤੁਸੀਂ ਹਮੇਸ਼ਾ ਹਾਇਰ ਡੋਜ਼ ਵੱਲ ਜਾਓਗੇ, ਇਸ ਨੂੰ ਤੁਸੀਂ ਘਟਾ ਨਹੀਂ ਸਕਦੇ ਆਪਣੇ ਆਪ। ਤੇ ਇਹਦਾ ਜਿਹੜਾ ਰੇਟ ਹੈ ਕਿ ਜੇਕਰ 100 ਮਰੀਜ਼ ਆਉਂਦਾ ਹੈ ਤੇ ਉਹ ਛੱਡਦਾ ਹੈ ਤੇ ਉਹਦੇ ਵਿੱਚੋਂ ਕੇਵਲ 6 ਜਾਂ 7 ਨੇ ਜਿਹੜੇ ਛੱਡੀ ਰੱਖਦੇ ਨੇ, ਉਹ ਵੀ ਬੜੇ ਕਸ਼ਟ ਦੇ ਨਾਲ। ਬਾਕੀ 93 ਫਿਰ ਘਰਾਂ 'ਚ ਜਾ ਕੇ ਜਾਂ ਆਪਣੇ ਪਰਿਵਾਰਕ ਮਾਹੌਲ 'ਚ ਜਾ ਕੇ ਜਾਂ ਯਾਰਾਂ ਦੋਸਤਾਂ 'ਚ ਜਾ ਕੇ ਫਿਰ ਸ਼ੁਰੂ ਕਰ ਲੈਂਦੇ ਨੇ। ਸੋ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਜਿੰਨੇ ਵੀ ਮਰੀਜ਼ ਆਉਂਦੇ ਨੇ, ਅਸੀਂ 7 ਤੋਂ ਲੈ ਕੇ 10% ਲਿਖਦੇ ਹਾਂ ਕਿ ਉਹ ਬੱਚੇ ਛੱਡ ਹੀ ਰੱਖ ਸਕਦੇ ਨੇ। ਪਰ ਇਹਦੇ ਨਾਲ ਨਾਲ ਇੰਨਾ ਮਾੜਾ ਪ੍ਰਭਾਵ ਪੈ ਰਿਹਾ, HIV ਜਿਹੜਾ ਉਹ ਪੋਜ਼ਿਟਿਵ ਹੁੰਦਾ ਜਾ ਰਿਹਾ ਇਹਨਾਂ ਨਸ਼ਿਆਂ ਦੇ ਕਰਕੇ। ਇਹਨਾਂ ਨਸ਼ਿਆਂ ਦੇ ਕਰਕੇ ਜਿੰਨੀਆਂ ਵੀ ਲੁੱਟ ਖੋਹ ਦੀਆਂ ਵਾਰਦਾਤਾਂ ਨੇ, ਚੇਨ ਸਨੈਚਿੰਗ ਤੋਂ ਲੈ ਕੇ ਮੋਬਾਈਲ ਖੋਹਣੇ, ਜਿੰਨੀਆਂ ਵੀ ਇਹ ਵਾਰਦਾਤਾਂ ਨੇ ਇਹ ਵੱਧਦੀਆਂ ਜਾ ਰਹੀਆਂ ਨੇ। ਜਿੰਨੀਆਂ ਵੀ ਲੜਾਈਆਂ ਦਾ ਕਾਰਨ ਇਹ ਬਣਦਾ ਜਾ ਰਿਹਾ ਕਿਉਂਕਿ ਸਮੈਕ ਵਾਲਾ ਬੰਦਾ ਚਿੜਚਿੜਾ ਬਹੁਤ ਹੋ ਜਾਂਦਾ, ਖਾਸ ਕਰਕੇ ਜਦੋਂ ਉਹਨੂੰ ਨਸ਼ਾ ਨਹੀਂ ਮਿਲਿਆ ਹੁੰਦਾ ਉਦੋਂ ਉਹ ਮਾਰਨ ਤੇ ਉਤਾਰੂ ਹੋ ਜਾਂਦਾ ਹੈ। ਤਾਂ ਇਹ ਜਿਹੜੀਆਂ ਸਾਡੇ ਪੰਜਾਬ ਦੀਆਂ ਵੱਧ ਰਹੀਆਂ ਸਮੱਸਿਆਵਾਂ ਨੇ, ਨੌਜਵਾਨੀ ਦਾ ਘਾਣ ਹੋ ਰਿਹਾ ਹੈ, ਇਹਦੇ ਪਿੱਛੇ ਕਿਤੇ ਨਾ ਕਿਤੇ ਅਸੀਂ ਸਰਕਾਰਾਂ ਦੇ ਰਾਜਸੀ ਢਾਂਚੇ ਨੂੰ ਦੋਸ਼ ਮੁਕਤ ਨਹੀਂ ਕਰ ਸਕਦੇ, ਖਾਸ ਕਰਕੇ ਪਿਛਲੇ ਸਮੇਂ 'ਚ ਜੋ ਕੁਛ ਹੋਇਆ। ਕਿਸ ਤਰ੍ਹਾਂ ਦੇ ਨਾਲ ਇੱਕ ਬਹੁਤ ਵੱਡੇ ਡਰੱਗ ਰੈਕਟਰ ਜਿਹੜੇ ਸੀ ਐਕਸਪੋਜ਼ ਹੋਣੇ, ਉਹਨਾਂ 'ਚ ਰਾਜਨੀਤਿਕ ਲੀਡਰਾਂ ਦੀ ਸ਼ਮੂਲੀਅਤ ਹੋਣੀ, ਉਸ ਤੋਂ ਬਾਵਜੂਦ ਉਹਨਾਂ 'ਤੇ ਕੋਈ ਕਾਰਵਾਈ ਨਾ ਹੋਣੀ, ਪੰਜਾਬ ਦੇ ਵਿੱਚ ਨਸ਼ਿਆਂ ਦਾ ਉਸੇ ਤਰ੍ਹਾਂ ਵਿਕਣਾ, ਇਹ ਇਸ ਗੱਲ ਦਾ ਪ੍ਰਤੀਕ ਸੀ ਕਿ ਕਿਤੇ ਨਾ ਕਿਤੇ ਜਿਹੜਾ ਸਾਡਾ ਰਾਜਸੀ ਤੰਤਰ ਹੈ ਉਹ ਖੁਦ ਪੰਜਾਬ ਦੇ ਨੌਜਵਾਨ ਦੀ ਮਾਨਸਿਕਤਾ ਜਿਹੜੀ ਤੇ ਜ਼ਹਿਨੀਅਤ ਤੇ ਉਸ ਦੇ ਸਰੀਰ ਨੂੰ ਹੀਣਾ ਕਰ ਰਿਹਾ। ਕਿਉਂਕਿ ਜਿਹੜਾ ਵੀ ਬੱਚਾ ਨਸ਼ੇ ਤੇ ਲੱਗ ਜਾਂਦਾ ਹੈ ਉਹ ਜਿਸ ਗਰੁੱਪ ਦੇ ਜਿਸ ਧੜੇ ਦਾ ਹੁੰਦਾ ਹਮੇਸ਼ਾ ਉਸ ਦਾ ਗੁਲਾਮ ਬਣ ਕੇ ਰਹਿ ਜਾਂਦਾ। ਉਹ ਕਦੀ ਵੀ ਆਜ਼ਾਦੀ ਦੀ, ਕ੍ਰਾਂਤੀ ਦੀ, ਇਨਕਲਾਬ ਦੀ ਗੱਲ ਕਰ ਹੀ ਨਹੀਂ ਸਕਦਾ। ਉਹ ਕਦੀ ਵੀ ਸਮਾਜ ਦੇ ਖਿਲਾਫ ਜਾਂ ਉਸ ਤੰਤਰ ਦੇ ਖਿਲਾਫ ਮਿਊਟੀਨੇਸ਼ਨ ਨਹੀਂ ਕਰ ਸਕਦਾ ਕਿਉਂਕਿ ਉਹ ਨਸ਼ੇ ਦਾ ਗੁਲਾਮ ਹੈ। ਤੇ ਗੁਲਾਮ ਬੰਦਾ ਕਦੀ ਵੀ ਆਜ਼ਾਦੀ ਦੀ ਗੱਲ ਨਹੀਂ ਕਰ ਸਕਦਾ, ਸਮਾਜ ਦੀ ਗੁਲਾਮੀ ਦੀ ਤਾਂ ਗੱਲ ਹੀ ਛੱਡਦੀ ਹੈ, ਉਹ ਬੱਚਾ ਕੇਵਲ ਨਸ਼ੇ ਦਾ ਗੁਲਾਮ ਹੁੰਦਾ ਹੈ। ਸੋ ਪੰਜਾਬ ਦੇ ਵਿੱਚ ਇਸ ਵੇਲੇ ਸਭ ਤੋਂ ਪਹਿਲਾਂ ਅਫਗਾਨਿਸਤਾਨ ਦੇ ਵਿੱਚ ਬਣਦੀ ਸੀ, ਅਫਗਾਨਿਸਤਾਨ ਤੋਂ ਪਾਕਿਸਤਾਨ, ਪੰਜਾਬ ਇਸ ਵੇਲੇ ਇਸ ਨੂੰ ਅਸੀਂ ਡਰੱਗ ਕੈਪੀਟਲ ਕਹਿੰਦੇ ਹਾਂ ਕਿ ਸਭ ਤੋਂ ਜ਼ਿਆਦਾ ਜਿਹੜੀ ਇਹਨਾਂ ਦੇਸ਼ਾਂ ਦੇ ਵਿੱਚੋਂ ਜਿਹੜੀ ਵਿਦੇਸ਼ਾਂ ਨੂੰ ਹੀ ਸਪਲਾਈ ਹੁੰਦੀ ਹੈ, ਉਹਦੇ ਵਾਸਤੇ ਵੀ ਪੰਜਾਬ ਇੱਕ ਰੂਟ ਬਣ ਚੁੱਕਾ ਕਿ ਪਹਿਲਾਂ ਪੰਜਾਬ ਦੇ ਵਿੱਚ ਜਿਹੜੀ ਹੀਰੋਇਨ ਸਮੈਕ ਪਹੁੰਚਦੀ ਹੈ, ਉਸ ਤੋਂ ਬਾਅਦ ਉਹ ਦਿੱਲੀ, ਅੱਗੋਂ ਫਿਰ ਬੰਦਰਗਾਹਾਂ ਦੇ ਰਾਹੀਂ ਜਾਂ ਹੋਰ ਜਿਹੜੇ ਵੀ ਲੋਕ ਉਹਨਾਂ ਲੋਕਾਂ ਦੇ ਸਾਧਨ ਨੇ ਹੋਰ ਦੇਸ਼ਾਂ ਨੂੰ ਸਪਲਾਈ ਹੁੰਦੀ ਹੈ। ਜਿਹੜਾ ਪੰਜਾਬ ਜਿਸ ਤੇ ਕਦੀ ਇੰਨਾ ਮਾਣ ਸੀ ਕਿ ਏਸ਼ੀਆ ਤੋਂ ਆਉਣ ਵਾਲੇ ਹਰ ਹਮਲਾਵਰ ਨੂੰ ਮੁਹੰਮਦ ਬਿਨ ਕਾਸਮ ਤੋਂ ਲੈ ਕੇ ਅਹਿਮਦ ਸ਼ਾਹ ਅਬਦਾਲੀ ਤੱਕ ਪੰਜਾਬ ਦੇ ਨੌਜਵਾਨਾਂ ਨੇ, ਪੰਜਾਬ ਦੀ ਨੌਜਵਾਨੀ ਨੇ ਰੋਕਿਆ, ਅੱਜ ਜਿਹੜੀ ਉਹ ਨੌਜਵਾਨੀ ਹੈ ਆਪਣੇ ਪੈਰਾਂ ਤੇ ਖਲੋਣ ਦੇ ਕਾਬਜ਼ ਨਹੀਂ ਰਹਿ ਗਈ। ਅੱਜ ਉਸ ਨੌਜਵਾਨੀ ਦਾ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਵਿਨਾਸ਼ ਹੋ ਚੁੱਕਾ ਹੈ। ਔਰ ਇਹ ਜਿਹੜੇ ਸਮੈਕ, ਹੀਰੋਇਨ, ਜਿਸ ਨੂੰ ਹੋਰ ਵੀ ਕੋਕੇਨ, ਬਰਾਊਨ ਸ਼ੂਗਰ, ਜਿੰਨੇ ਵੀ ਅਸੀਂ ਇਹਦੇ ਨਾਮ ਦੇ ਲਈਏ, ਹੈ ਥੋੜੇ ਆਪਸ 'ਚ ਮਿਲਦੀ ਇੱਕੋ ਚੀਜ਼, ਪਰ ਇਸ ਨੂੰ ਛਡਾਉਣਾ ਬੜਾ ਔਖਾ ਹੈ। ਔਰ ਇਹਦੇ ਨਾਲ ਇੱਕ ਤਾਂ ਸਾਡੇ ਬੱਚਿਆਂ ਦਾ ਮਾਨਸਿਕ ਸਰੀਰਕ ਵਿਕਾਸ ਰੁਕਦਾ ਜਾ ਰਿਹਾ ਔਰ ਇਹਨਾਂ ਦੇ ਉੱਪਰ ਜਿਹੜੇ ਇਹਨਾਂ ਦੇ ਕੁੜੀਆਂ, ਮਾਫ ਕਰਨਾ, ਮੈਨੂੰ ਇੱਕ ਵਿਆਹ 'ਚ ਜਾਣ ਦਾ ਮੌਕਾ ਮਿਲਿਆ ਤੇ ਮੈਨੂੰ ਉੱਥੇ ਜਾ ਕੇ ਪਤਾ ਲੱਗਾ ਕਿ ਮੁੰਡਾ ਵੀ ਨਸ਼ੇ ਦਾ ਆਦੀ ਸੀ। ਪੁਰਾਣੇ ਜ਼ਮਾਨਿਆਂ 'ਚ ਵੇਖਿਆ ਸੀਗਾ ਕਿ ਕਈ ਵਾਰੀ ਬੀਬੀਆਂ ਨੇ ਘੁੰਡ ਕੱਢਿਆ ਹੁੰਦਾ ਸੀ ਤੇ ਫੜ ਕੇ ਤੋਰਨਾ ਪੈਂਦਾ ਸੀ, ਅਕਸਰ ਪਰਿਵਾਰ ਦੇ ਮੈਂਬਰ ਖਲੋਂਦੇ ਸੀ ਜਦੋਂ ਫੇਰੇ ਹੁੰਦੇ ਸੀ। ਮੈਂ ਪਹਿਲੀ ਵਾਰੀ ਵੇਖਿਆ ਕਿ ਮੁੰਡੇ ਨੂੰ ਫੜ ਕੇ ਤੋਰਨਾ ਪੈ ਰਿਹਾ ਸੀ ਤੇ ਕੀਰਤਨ ਹੋ ਰਿਹਾ ਸੀ, ਇੱਕ ਸੱਜਣ ਲੱਭਾ ਜੀ ਸਾਰਾ ਜੱਗ ਢੂੰਡ ਕੇ। ਮੈਂ ਕਿਹਾ ਲੱਭਿਆ ਕੀ, ਜਦੋਂ ਕੁੜੀ ਨੂੰ ਖੂਜ ਧੱਕਾ ਦੇ ਦਿੰਦੇ ਉਹ ਚੰਗਾ ਸੀ। ਜਿੰਨਾ ਸੱਭਿਆਚਾਰ ਦੇ ਨਾਂ ਤੇ ਅਸੀਂ ਸ਼ਰਾਬ ਤੋਂ ਲੈ ਕੇ ਸਮੈਕ ਤੱਕ ਆਪਣੇ ਪਰਿਵਾਰਾਂ ਦਾ ਤੇ ਸੱਭਿਆਚਾਰ ਦਾ ਵਿਨਾਸ਼ ਕੀਤਾ, ਹੈਰਾਨ ਰਹਿ ਚਾਹੀਦਾ ਹੈ ਕਿ ਸਾਡੇ ਜਿਹੜੇ ਸੱਭਿਆਚਾਰ ਦੇ ਸੰਸਕਾਰ ਸੀ ਸਮਾਜਿਕ ਤੌਰ ਤੇ ਉਹ ਕਿੱਥੇ ਖਤਮ ਹੋ ਗਏ। ਵਿਆਹ ਹੁੰਦੇ ਨੇ, ਘਰੋਂ ਭੈਣ ਤੋਰੀ ਹੁੰਦੀ ਹੈ, ਘਰ ਡੀਜੇ ਲਾ ਕੇ ਭਰਾ ਨੱਚੀ ਜਾਣਗੇ, ਮਿੱਤਰਾਂ ਦੀ ਛਤਰੀ ਤੋੜ ਗਈ। ਇਹ ਕਿਹੜੇ ਅਸੀਂ ਸਮਾਜ 'ਚ ਰਹਿ ਰਹੇ ਹਾਂ? ਕਿਸ ਸੱਭਿਆਚਾਰ ਨੂੰ ਅਸੀਂ ਜਨਮ ਦੇ ਰਹੇ ਹਾਂ? ਉਸ ਸੱਭਿਆਚਾਰ ਨੂੰ ਜਿੱਥੇ ਕਿਹਾ ਜਾਂਦਾ ਸੀ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ।
ਜਿੱਥੇ ਕਾਜ਼ੀ ਨੂਰ ਮੁਹੰਮਦ ਵੀ ਕਹਿੰਦਾ ਸੀਗਾ ਕਿ ਜਨਗਰ ਜਵਾਸਤ ਵਾਸਤ ਪੀਰ ਬਗੋ ਸੰਗ ਬੁੜੀਆ ਬਰੋ ਗੋਸ਼ਾਗੀਰ। ਉਹ ਸੱਭਿਆਚਾਰ ਜਿੱਥੇ ਕਹਿੰਦਾ ਸੀ ਕਿ ਦੁਸ਼ਮਣ ਦੀ ਮਾਂ ਭੈਣ ਵੀ ਇਹਨਾਂ ਦੇ ਹੱਥ ਆ ਜਾਵੇ ਨਾ ਤੇ ਮਾਤਾ ਜੀ ਬੀਬੀ ਜੀ ਕਹਿੰਦੇ ਨੇ ਹੱਥ ਨਹੀਂ ਲਾਉਂਦੇ। ਅੱਜ ਬਜ਼ੁਰਗ ਤੁਰੀ ਜਾਂਦੀ ਹੋਵੇ ਤਾਂ ਸਾਡੇ ਬੱਚਿਆਂ ਦੇ ਵੇਖੋ ਟਰੈਕਟਰ, ਹਰ ਟਰੈਕਟਰ ਦੇ ਉੱਪਰ ਡੈਕ ਲਗਾਓ, ਵੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਹੈ। 80 ਸਾਲਾਂ ਦੀ ਬਜ਼ੁਰਗ ਵੀ ਜਾਂਦੀ ਹੋਵੇ। ਇਹ ਕਿਉਂ ਸਭ ਕੁਝ ਹੋ ਰਿਹਾ ਹੈ? ਕਿਉਂਕਿ ਕਿਤੇ ਨਾ ਕਿਤੇ ਨਸ਼ਿਆਂ ਨੇ ਸਾਡੇ ਪੰਜਾਬ ਦੀ ਮਾਨਸਿਕਤਾ ਦੀ, ਨੌਜਵਾਨੀ ਦੀ ਮਾਨਸਿਕਤਾ ਨੂੰ, ਉਸਦੀ ਜ਼ਹਿਨੀਅਤ ਨੂੰ ਬਿਲਕੁਲ ਨੁਕਸਾਨ ਕਰ ਦਿੱਤਾ। ਹੁਣ ਅਗਲਾ ਨਸ਼ਾ ਆਈਸ ਆ ਗਿਆ, ਉਹ ਇਹਦੇ ਤੋਂ ਵੀ ਉੱਪਰ ਹੈ, ਮਾਰਫਿਨ ਤੋਂ ਵੀ ਉੱਪਰਲਾ ਇੱਕ ਡੈਰੀਵੇਟਡ ਹੈ ਜਿਸ ਨੂੰ ਮੈਥਾਮਫੈਟਾਮਾਈਨ ਕਹਿੰਦੇ ਨੇ, ਮੈਥਾਮਫੈਟਾਮਾਈਨ ਵੀ ਕਹਿੰਦੇ ਨੇ। ਇਹ ਇੰਨਾ ਘਾਤਕ ਹੈ ਕਿ ਜਿਹੜਾ ਬੱਚਾ ਇੱਕ ਵਾਰੀ ਇਸ ਦਾ ਸੇਵਨ ਕਰ ਲੈਂਦਾ ਹੈ, ਡਾਕਟਰ ਵੀ ਉਸ ਨੂੰ ਕਦੀ ਨਹੀਂ ਛੁਡਾ ਸਕਦਾ। ਸੋ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਸੀਂ ਸਮੁੱਚੇ ਪੰਜਾਬ ਨੂੰ ਜਿਹੜਾ ਉਹ ਨਸ਼ਿਆਂ ਦੀ ਗ੍ਰਿਫਤ ਲੈ ਜਾਂਦਾ ਹੈ। ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਨੀਮ ਹਕੀਮ ਖਤਰਾ ਹੈ ਜਾਨ। ਪੁਰਾਣੇ ਜ਼ਮਾਨੇ ਦੇ ਵਿੱਚ ਵੈਦ ਜਿਹੜੇ ਸੀ ਨਾ, ਜਾਨਵਰਾਂ ਤੇ ਮਨੁੱਖਾਂ ਦਾ ਇਲਾਜ ਕਰਦੇ ਸੀ। ਅੱਜ ਵੀ ਵੈਟਰਨਰੀ ਤੇ ਹਿਊਮਨ ਮੈਡੀਸਨ ਦੇ ਵਿੱਚ ਜਿਹੜਾ ਕੰਬੀਨੇਸ਼ਨ ਹੈ, ਕੈਮੀਕਲ ਕੰਬੀਨੇਸ਼ਨ ਤਕਰੀਬਨ ਸੇਮ ਹੁੰਦਾ, ਇੱਕੋ ਜਿਹਾ ਹੁੰਦਾ, ਡੋਜ਼ ਵੱਧ ਘੱਟ ਹੁੰਦੀ ਹੈ। ਸੋ ਉਹ ਵੈਦ ਜਿਹੜਾ ਸੀ ਆਪਣੀ ਦੁਕਾਨ ਦੇ ਉੱਪਰ ਬੈਠਾ ਸੀ। ਇੱਕ ਕਿਸਾਨ ਊਠ ਲੈ ਕੇ ਆਇਆ, ਮਾਦਾ ਊਠ ਨਹੀਂ, ਭਾਈ ਸਾਹਿਬ ਭਾਈ ਗੁਰਦਾਸ ਨੇ ਊਠ ਨਹੀਂ ਸ਼ਬਦ ਵਰਤਿਆ। ਆ ਕੇ ਕਹਿੰਦਾ ਕਿ ਕੁਝ ਦਿਨ ਹੋ ਗਏ ਨਾ ਤੇ ਪਾਣੀ ਪੀਂਦੀ ਹੈ, ਨਾ ਕੋਈ ਚਾਰਾ ਖਾਂਦੀ ਹੈ, ਇਹਦੇ ਹਾਲਾਤ ਇੰਨੇ ਮਾੜੇ ਨੇ ਕਿ ਸਾਰਾ ਦਿਨ ਘਰੜ ਘਰੜ ਕਰੀ ਜਾਂਦੀ ਹੈ। ਕਹਿੰਦਾ ਕਿੰਨੇ ਕੁ ਦਿਨ ਹੋ ਗਏ ਨੇ? ਵੈਦ ਬੜਾ ਸਿਆਣਾ ਸੀ, ਕਹਿੰਦਾ ਜੀ 2-3 ਦਿਨ ਹੋ ਗਏ ਨੇ। ਕਹਿੰਦਾ ਇਹਨੂੰ ਖਾਣ ਨੂੰ ਕੀ ਦਿੱਤਾ? ਕਹਿੰਦਾ ਮੈਂ ਤੈਨੂੰ ਆਮ ਚਾਰਾ ਹੀ ਦਿੰਦਾ ਰਿਹਾ, ਪਰ ਕੁਝ ਦਿਨ ਹੋਏ ਨੇ ਇਹ ਰਾਤ ਖੁੱਲ੍ਹ ਕੇ ਹਵੇਲੀ ਦੇ ਵਿੱਚੋਂ ਤੇ ਗਵਾਂਢੀਆਂ ਦੇ ਖੇਤ 'ਚ ਚਲੀ ਗਈ ਸੀ। ਉਹ ਕਹਿੰਦਾ ਖੇਤ ਕਾਹਦਾ ਸੀ? ਕਹਿੰਦਾ ਖਰਬੂਜਿਆਂ ਦਾ। ਵੈਦ ਬੜਾ ਸਿਆਣਾ ਸੀ, ਸਮਝ ਗਿਆ ਕਿ ਜ਼ਰੂਰ ਕੋਈ ਛੋਟਾ ਜਿਹਾ ਖਰਬੂਜਾ ਗਲ ਚੜ ਗਿਆ। ਵੈਦ ਚੰਗੇਰੀ ਊਠਣੀ, ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਲੈ ਸਿਲਵੱਟਾ ਕੱਚਰ ਪੰਨਾ। ਕੁਛ ਵਿਅਕਤੀ ਬੁਲਾਏ, ਉਸ ਨੂੰ ਲਟਾ ਲਿਆ ਗਿਆ ਊਠ ਨੂੰ। ਗਰਦਨ ਬੜੀ ਲੰਬੀ ਹੁੰਦੀ ਹੈ, ਉਹਦੀ ਗਰਦਨ ਦੇ ਥੱਲੇ ਇੱਕ ਸਿੱਲ ਰੱਖੀ, ਉੱਪਰ ਇੱਕ ਵੱਟਾ ਮਾਰਿਆ ਹੌਲੀ 'ਚ। ਵੈਦ ਚੰਗੇਰੀ ਊਠਣੀ ਲੈ ਸਿਲਵੱਟਾ ਕੱਚਰ ਪੰਨਾ। ਕੱਚਰ ਪੰਨਾ ਕੱਚੇ ਖਰਬੂਜੇ ਨੂੰ ਕਹਿੰਦੇ ਨੇ। ਉਹ ਟੁੱਟ ਗਿਆ, ਅੰਦਰ ਲੰਘ ਗਿਆ, ਠੀਕ ਹੋ ਗਈ। ਉਹਨੇ ਪਾਣੀ ਪੀਤਾ, ਚਾਰਾ ਖਾਧਾ, ਉਹਦੀ ਆਵਾਜ਼ ਵੂਜ ਸਭ ਕੁਝ ਠੀਕ ਹੋ ਗਈ। ਕੋਲ ਖੜਾ ਸੀ ਮੇਰੇ ਵਰਗਾ ਅਸਿਸਟੈਂਟ ਡਾਕਟਰ, ਉਹਨੇ ਸੋਚਿਆ ਤੇ ਕੰਮ ਹੀ ਬੜਾ ਸੌਖਾ, ਜਿਹੜਾ ਰੋਟੀ ਨਾ ਖਾਵੇ, ਜਿਹੜਾ ਪਾਣੀ ਨਾ ਪੀਵੇ, ਜਿਹੜਾ ਘਰੜ ਘਰੜ ਦੀ ਆਵਾਜ਼ ਆਵੇ, ਇੱਕ ਪੱਥਰ ਥੱਲੇ ਰੱਖੀਦਾ, ਇੱਕ ਉੱਤੋਂ ਮਾਰੀ ਦਾ ਮਰੀਜ਼ ਠੀਕ ਹੋ ਜਾਂਦਾ। ਜਾ ਕੇ ਦੁਕਾਨ ਖੋਲ੍ਹ ਲਈ। ਇੱਕ ਬੱਚਾ ਹੈ, ਵੈਦ ਜੀ ਸਾਡੇ ਘਰੇ ਆਓ ਛੇਤੀ, ਮੇਰੀ ਦਾਦੀ ਦੇ ਗਲ 'ਚ ਘੋਰੜੂ ਜਿਹਾ ਵੱਜੀ ਜਾਂਦਾ। 3 ਦਿਨ ਹੋ ਗਏ ਨੇ, ਨਾ ਉਹ ਪਾਣੀ ਪੀਂਦੀ ਨਾ ਰੋਟੀ ਖਾਂਦੀ। ਉਹਨੂੰ ਕੈਂਸਰ ਦਾ ਟਿਊਮਰ ਸੀ ਕਿਤੇ ਗਲ 'ਚ। ਕਹਿੰਦਾ ਗੱਲ ਹੀ ਕੋਈ ਨਹੀਂ ਪੁੱਤ, ਅਸੀਂ ਤਾਂ ਸਪੈਸ਼ਲਿਸਟ ਹੀ ਇਸ ਚੀਜ਼ ਦੇ ਹਾਂ। ਇੱਕ ਪੱਥਰ ਤੇ ਇੱਕ ਸਿਲ ਦਾ ਇੰਤਜ਼ਾਮ ਕਰੋ, ਮੈਂ ਆਇਆ ਤੁਹਾਡੇ ਘਰੇ। ਗਿਆ ਉਹਨਾਂ ਦੇ ਘਰੇ, ਮਾਤਾ ਨੂੰ ਲਾਇਆ ਮੰਜੇ ਤੋਂ, ਇੱਕ ਧੌਣ ਦੇ ਥੱਲੇ ਰੱਖਿਆ, ਕੁੱਤੋਂ ਮਾਰੇ। ਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ, ਸੇਵਕ ਸਿੱਖੀ ਵੈਦਗੀ, ਮਾਰੀ ਬੁੱਢੀ ਰੋਮਣ ਰੰਨਾ, ਤੇ ਮਾਤਾ ਦਾ ਕੀਰਤਨ ਸੋਹਲਾ ਪੜ੍ਹ ਦਿੱਤਾ। ਸੋ ਇਹ ਜਿਹੜੇ ਸਮਾਜ ਦੇ ਵਿੱਚ, ਚਾਹੇ ਰਾਜਸੀ ਤੌਰ 'ਤੇ, ਚਾਹੇ ਵਿਦਿਅਕ ਤੌਰ 'ਤੇ, ਚਾਹੇ ਡਾਕਟਰੀ ਤੌਰ 'ਤੇ, ਚਾਹੇ ਸਮਾਜਿਕ ਤੌਰ 'ਤੇ, ਇਹ ਜਿੰਨੇ ਵੀ ਨੀਮ ਹਕੀਮ ਨੇ ਆ ਜਾ ਕੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਿਹੜੀ ਨਸ਼ਿਆਂ ਦੀ ਵੱਧ ਰਹੀ ਪ੍ਰਵਿਰਤੀ ਹੈ, ਉਹਦੇ ਵਿੱਚ ਇੱਕ ਤਰ੍ਹਾਂ ਦੇ ਐਕਟੀਵੇਟਰ ਬਣੇ ਹੋਏ ਨੇ, ਉਹਨੂੰ ਵਧਾ ਰਹੇ ਨੇ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਆਉਣ ਵਾਲੇ ਭਵਿੱਖ ਨੂੰ ਸਵਾਰਨ ਦੇ ਵਾਸਤੇ, ਸੰਭਾਲਣ ਦੇ ਵਾਸਤੇ ਯਤਨਸ਼ੀਲ ਹੋਈਏ। ਬੱਚਿਆਂ ਤੱਕ ਇਹ ਗੱਲ ਲੈ ਕੇ ਜਾਈਏ ਕਿ ਗੱਲ ਤੁਹਾਡੀ ਨਹੀਂ ਹੈ, ਗੱਲ ਪੰਜਾਬ ਦੇ ਭਵਿੱਖ ਦੀ ਹੈ, ਜਿਸ ਨੂੰ ਅਸੀਂ ਕਹਿੰਦੇ ਸੀ ਕਿ ਪੰਜਾਬ ਦੇ ਭਵਿੱਖ ਦੇ ਸੂਰਮੇ ਜਿਹੜੇ ਨੇ, ਉਹਨਾਂ ਵਰਗੇ ਅਟਕ ਵਰਗੇ ਦਰਿਆ ਵੀ ਅਟਕ ਜਾਂਦੇ ਨੇ, ਤੇ ਅੱਜ ਅਸੀਂ ਆੜ ਟੱਪਣ ਦੇ ਕਾਬਲ ਨਹੀਂ ਰਹਿ ਗਏ। ਸੋ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਅਲਾਮਤ ਨੂੰ ਬਚਾਉਣ ਦੇ ਵਾਸਤੇ ਜਿਸ ਤਰ੍ਹਾਂ ਵੀ ਕੋਈ ਉਪਰਾਲਾ ਕਰ ਸਕਦੇ, ਪਿਆਰ ਦੇ ਨਾਲ, ਕਿਸੇ NGO ਦੇ ਨਾਲ ਮਿਲ ਕੇ, ਬੱਚਿਆਂ ਨੂੰ ਜਾਗਰੂਕ ਕਰਕੇ, ਜੇ ਕੋਈ ਬੱਚਾ ਨਸ਼ਾ ਕਰ ਰਿਹਾ ਹੈ ਉਹਨੂੰ ਸਮਝਾ ਕੇ, ਕਿਸੇ ਡਰੱਗ ਐਡਿਕਸ਼ਨ ਸੈਂਟਰ ਦੇ ਵਿੱਚ ਲਿਜਾ ਕੇ ਅਸੀਂ ਪੰਜਾਬ ਦੀ ਪਨੀਰੀ ਨੂੰ, ਅਸੀਂ ਪੰਜਾਬ ਦੇ ਭਵਿੱਖ ਨੂੰ ਸੰਭਾਲੀਏ। ਸੋ ਉਹ ਵੈਦ ਜਿਹੜਾ ਸੀ ਆਪਣੀ ਦੁਕਾਨ ਦੇ ਉੱਪਰ ਬੈਠਾ ਸੀ। ਇੱਕ ਕਿਸਾਨ ਊਠ ਲੈ ਕੇ ਆਇਆ, ਮਾਦਾ ਊਠ ਨਹੀਂ, ਭਾਈ ਸਾਹਿਬ ਭਾਈ ਗੁਰਦਾਸ ਨੇ ਊਠ ਨਹੀਂ ਸ਼ਬਦ ਵਰਤਿਆ। ਆ ਕੇ ਕਹਿੰਦਾ ਕਿ ਕੁਝ ਦਿਨ ਹੋ ਗਏ ਨਾ ਤੇ ਪਾਣੀ ਪੀਂਦੀ ਹੈ, ਨਾ ਕੋਈ ਚਾਰਾ ਖਾਂਦੀ ਹੈ, ਇਹਦੇ ਹਾਲਾਤ ਇੰਨੇ ਮਾੜੇ ਨੇ ਕਿ ਸਾਰਾ ਦਿਨ ਘਰੜ ਘਰੜ ਕਰੀ ਜਾਂਦੀ ਹੈ। ਕਹਿੰਦਾ ਕਿੰਨੇ ਕੁ ਦਿਨ ਹੋ ਗਏ ਨੇ? ਵੈਦ ਬੜਾ ਸਿਆਣਾ ਸੀ, ਕਹਿੰਦਾ ਜੀ 2-3 ਦਿਨ ਹੋ ਗਏ ਨੇ। ਕਹਿੰਦਾ ਇਹਨੂੰ ਖਾਣ ਨੂੰ ਕੀ ਦਿੱਤਾ? ਕਹਿੰਦਾ ਮੈਂ ਤੈਨੂੰ ਆਮ ਚਾਰਾ ਹੀ ਦਿੰਦਾ ਰਿਹਾ, ਪਰ ਕੁਝ ਦਿਨ ਹੋਏ ਨੇ ਇਹ ਰਾਤ ਖੁੱਲ੍ਹ ਕੇ ਹਵੇਲੀ ਦੇ ਵਿੱਚੋਂ ਤੇ ਗਵਾਂਢੀਆਂ ਦੇ ਖੇਤ 'ਚ ਚਲੀ ਗਈ ਸੀ। ਉਹ ਕਹਿੰਦਾ ਖੇਤ ਕਾਹਦਾ ਸੀ? ਕਹਿੰਦਾ ਖਰਬੂਜਿਆਂ ਦਾ। ਵੈਦ ਬੜਾ ਸਿਆਣਾ ਸੀ, ਸਮਝ ਗਿਆ ਕਿ ਜ਼ਰੂਰ ਕੋਈ ਛੋਟਾ ਜਿਹਾ ਖਰਬੂਜਾ ਗਲ ਚੜ ਗਿਆ। ਵੈਦ ਚੰਗੇਰੀ ਊਠਣੀ, ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਲੈ ਸਿਲਵੱਟਾ ਕੱਚਰ ਪੰਨਾ। ਕੁਛ ਵਿਅਕਤੀ ਬੁਲਾਏ, ਉਸ ਨੂੰ ਲਟਾ ਲਿਆ ਗਿਆ ਊਠ ਨੂੰ। ਗਰਦਨ ਬੜੀ ਲੰਬੀ ਹੁੰਦੀ ਹੈ, ਉਹਦੀ ਗਰਦਨ ਦੇ ਥੱਲੇ ਇੱਕ ਸਿੱਲ ਰੱਖੀ, ਉੱਪਰ ਇੱਕ ਵੱਟਾ ਮਾਰਿਆ ਹੌਲੀ 'ਚ। ਵੈਦ ਚੰਗੇਰੀ ਊਠਣੀ ਲੈ ਸਿਲਵੱਟਾ ਕੱਚਰ ਪੰਨਾ। ਕੱਚਰ ਪੰਨਾ ਕੱਚੇ ਖਰਬੂਜੇ ਨੂੰ ਕਹਿੰਦੇ ਨੇ। ਉਹ ਟੁੱਟ ਗਿਆ, ਅੰਦਰ ਲੰਘ ਗਿਆ, ਠੀਕ ਹੋ ਗਈ। ਉਹਨੇ ਪਾਣੀ ਪੀਤਾ, ਚਾਰਾ ਖਾਧਾ, ਉਹਦੀ ਆਵਾਜ਼ ਵੂਜ ਸਭ ਕੁਝ ਠੀਕ ਹੋ ਗਈ। ਕੋਲ ਖੜਾ ਸੀ ਮੇਰੇ ਵਰਗਾ ਅਸਿਸਟੈਂਟ ਡਾਕਟਰ, ਉਹਨੇ ਸੋਚਿਆ ਤੇ ਕੰਮ ਹੀ ਬੜਾ ਸੌਖਾ, ਜਿਹੜਾ ਰੋਟੀ ਨਾ ਖਾਵੇ, ਜਿਹੜਾ ਪਾਣੀ ਨਾ ਪੀਵੇ, ਜਿਹੜਾ ਘਰੜ ਘਰੜ ਦੀ ਆਵਾਜ਼ ਆਵੇ, ਇੱਕ ਪੱਥਰ ਥੱਲੇ ਰੱਖੀਦਾ, ਇੱਕ ਉੱਤੋਂ ਮਾਰੀ ਦਾ ਮਰੀਜ਼ ਠੀਕ ਹੋ ਜਾਂਦਾ। ਜਾ ਕੇ ਦੁਕਾਨ ਖੋਲ੍ਹ ਲਈ।
ਇੱਕ ਬੱਚਾ ਹੈ, ਵੈਦ ਜੀ ਸਾਡੇ ਘਰੇ ਆਓ ਛੇਤੀ, ਮੇਰੀ ਦਾਦੀ ਦੇ ਗਲ 'ਚ ਘੋਰੜੂ ਜਿਹਾ ਵੱਜੀ ਜਾਂਦਾ, 3 ਦਿਨ ਹੋ ਗਏ ਨੇ, ਨਾ ਉਹ ਪਾਣੀ ਪੀਂਦੀ ਨਾ ਰੋਟੀ ਖਾਂਦੀ, ਉਹਨੂੰ ਕੈਂਸਰ ਦਾ ਟਿਊਮਰ ਸੀ ਕਿਤੇ ਗਲ 'ਚ। ਕਹਿੰਦਾ ਗੱਲ ਹੀ ਕੋਈ ਨਹੀਂ ਪੁੱਤ, ਅਸੀਂ ਤਾਂ ਸਪੈਸ਼ਲਿਸਟ ਹੀ ਇਸ ਚੀਜ਼ ਦੇ ਹਾਂ, ਇੱਕ ਪੱਥਰ ਤੇ ਇੱਕ ਸਿਲ ਦਾ ਇੰਤਜ਼ਾਮ ਕਰੋ, ਮੈਂ ਆਇਆ ਤੁਹਾਡੇ ਘਰੇ। ਗਿਆ ਉਹਨਾਂ ਦੇ ਘਰੇ, ਮਾਤਾ ਨੂੰ ਲਾਇਆ ਮੰਜੇ ਤੋਂ, ਇੱਕ ਧੌਣ ਦੇ ਥੱਲੇ ਰੱਖਿਆ, ਇੱਕ ਉੱਤੋਂ ਮਾਰੇ, ਤੇ ਭਾਈ ਗੁਰਦਾਸ ਕਹਿੰਦੇ ਸੇਵਕ ਸਿੱਖੀ ਵੈਦਗੀ, ਮਾਰੀ ਬੁੱਢੀ ਰੋਮਣ ਰੰਨਾ, ਤੇ ਮਾਤਾ ਦਾ ਕੀਰਤਨ ਸੋਹਲਾ ਪੜ੍ਹ ਦਿੱਤਾ। ਸੋ ਇਹ ਜਿਹੜੇ ਸਮਾਜ ਦੇ ਵਿੱਚ ਚਾਹੇ ਰਾਜਸੀ ਤੌਰ ਤੇ, ਚਾਹੇ ਵਿਦਿਅਕ ਤੌਰ ਤੇ, ਚਾਹੇ ਡਾਕਟਰੀ ਤੌਰ ਤੇ, ਚਾਹੇ ਸਮਾਜਿਕ ਤੌਰ ਤੇ, ਇਹ ਜਿੰਨੇ ਵੀ ਨੀਮ ਹਕੀਮ ਨੇ ਆ ਜਾ ਕੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਿਹੜੀ ਨਸ਼ਿਆਂ ਦੀ ਵੱਧ ਰਹੀ ਪ੍ਰਵਿਰਤੀ ਹੈ ਉਹਦੇ ਵਿੱਚ ਇੱਕ ਤਰ੍ਹਾਂ ਦੇ ਐਕਟੀਵੇਟਰ ਬਣੇ ਹੋਏ ਨੇ, ਉਹਨੂੰ ਵਧਾ ਰਹੇ ਨੇ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਆਉਣ ਵਾਲੇ ਭਵਿੱਖ ਨੂੰ ਸਵਾਰਨ ਦੇ ਵਾਸਤੇ, ਸੰਭਾਲਣ ਦੇ ਵਾਸਤੇ ਯਤਨਸ਼ੀਲ ਹੋਈਏ। ਬੱਚਿਆਂ ਤੱਕ ਇਹ ਗੱਲ ਲੈ ਕੇ ਜਾਈਏ ਕਿ ਗੱਲ ਤੁਹਾਡੀ ਨਹੀਂ ਹੈ, ਗੱਲ ਪੰਜਾਬ ਦੇ ਭਵਿੱਖ ਦੀ ਹੈ, ਜਿਸ ਨੂੰ ਅਸੀਂ ਕਹਿੰਦੇ ਸੀ ਕਿ ਪੰਜਾਬ ਦੇ ਭਵਿੱਖ ਦੇ ਸੂਰਮੇ ਜਿਹੜੇ ਨੇ ਉਹਨਾਂ ਵਰਗੇ ਅਟਕ ਵਰਗੇ ਦਰਿਆ ਵੀ ਅਟਕ ਜਾਂਦੇ ਨੇ, ਤੇ ਅੱਜ ਅਸੀਂ ਆੜ ਟੱਪਣ ਦੇ ਕਾਬਲ ਨਹੀਂ ਰਹਿ ਗਏ। ਸੋ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਅਲਾਮਤ ਨੂੰ ਬਚਾਉਣ ਦੇ ਵਾਸਤੇ ਜਿਸ ਤਰ੍ਹਾਂ ਵੀ ਕੋਈ ਉਪਰਾਲਾ ਕਰ ਸਕਦੇ ਹਾਂ, ਪਿਆਰ ਦੇ ਨਾਲ, ਕਿਸੇ NGO ਦੇ ਨਾਲ ਮਿਲ ਕੇ, ਬੱਚਿਆਂ ਨੂੰ ਜਾਗਰੂਕ ਕਰਕੇ, ਜੇ ਕੋਈ ਬੱਚਾ ਨਸ਼ਾ ਕਰ ਰਿਹਾ ਹੈ ਉਹਨੂੰ ਸਮਝਾ ਕੇ, ਕਿਸੇ ਡਰੱਗ ਐਡਿਕਸ਼ਨ ਸੈਂਟਰ ਦੇ ਵਿੱਚ ਲਿਜਾ ਕੇ ਅਸੀਂ ਪੰਜਾਬ ਦੀ ਪਨੀਰੀ ਨੂੰ, ਅਸੀਂ ਪੰਜਾਬ ਦੇ ਭਵਿੱਖ ਨੂੰ ਸੰਭਾਲੀਏ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਦਿੱਤਾ ਹੋਇਆ ਵਕਤ ਸਮਾਪਤ ਹੈ। ਫਤਿਹ ਦੀ ਸਾਂਝ ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।